TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਸਭ ਤੋਂ ਪਹਿਲਾਂ ਜਿਹੜੀਆਂ ਕੁਝ ਖਬਰਾਂ ਨੂੰ ਵਿਚਾਰਨਾ ਹੈ ਉਹਨਾਂ ਦੀ ਸੰਖੇਪ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂ। ਅਮਰੀਕਾ ਵਿੱਚ ਮਾਸਕ ਨਾਲ ਨੱਕ ਢੱਕਣ ਤੋਂ ਇਨਕਾਰ ਕਰਨ ਵਾਲੇ ਵਿਅਕਤੀ ਨੂੰ $9,000 ਦਾ ਹੋਇਆ ਜੁਰਮਾਨਾ। ਫਲੋਇਡ ਦੇ ਪਰਿਵਾਰ ਨੇ ਰਾਸ਼ਟਰਪਤੀ ਬਾਈਡਨ ਨਾਲ ਕੀਤੀ ਮੁਲਾਕਾਤ। ਟੋਲ ਪਲਾਜ਼ਾ ਤੇ 100 ਮੀਟਰ ਤੋਂ ਵੱਧ ਲੰਬੀ ਲਾਈਨ ਲੱਗਣ ਤੇ ਨਹੀਂ ਦੇਣਾ ਪਵੇਗਾ ਟੋਲ। ਸੁਖਪਾਲ ਖਹਿਰਾ ਮੁੜ ਹੋਣਗੇ ਕਾਂਗਰਸ ਵਿੱਚ ਸ਼ਾਮਲ। ਡੇਰਾ ਪ੍ਰੇਮੀਆਂ ਨੇ ਕਈ ਹੈਰਾਨੀਜਨਕ ਕੀਤੇ ਪ੍ਰਗਟਾਵੇ। ਪੋਸਟਰ ਲਾਉਣ ਅਤੇ ਲਿਖਣ ਤੱਕ ਦੇ ਕਈ ਸੱਚ ਕਬੂਲੇ। ਮੋਗਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਹੋਈ ਬੇਅਦਬੀ, ਮੁਲਜ਼ਮ ਮੌਕੇ ਤੇ ਕਾਬੂ। ਅਤੇ ਮਲੋਟ ਵਿੱਚ ਇੱਕ ਨੌਜਵਾਨ ਨੂੰ ਦਿੱਤੀ ਗਈ ਤਾਲਿਬਾਨੀ ਸਜ਼ਾ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਆਪਾਂ ਵਿਸਥਾਰ ਨਾਲ ਗੱਲਬਾਤ ਵੀ ਕਰਾਂਗੇ ਤੇ ਟਿੱਪਣੀਆਂ ਵੀ ਕਰਾਂਗੇ। ਉਹਦੇ ਤੋਂ ਪਹਿਲਾਂ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਤੇ ਆਓ ਹੁਣ ਖਬਰਾਂ ਵੱਲ ਨੂੰ ਵਧਦੇ ਹਾਂ। ਕੋਵਿਡ-19 ਦੀ ਲਹਿਰ ਦੁਨੀਆ ਭਰ ਦੇ ਵਿੱਚ ਹੈ। ਕਿਤੇ ਇਸ ਉੱਤੇ ਕਾਬੂ ਪਾਉਣ ਦੀਆਂ ਖਬਰਾਂ ਨੇ ਅਤੇ ਕਿਸੇ ਪਾਸੇ ਇਹ ਲਹਿਰ ਲਗਾਤਾਰ ਵੱਧ ਫੁੱਲ ਰਹੀ ਹੈ। ਸਾਡੇ ਆਪਣੇ ਸੂਬੇ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਕੱਲ੍ਹ ਕੁਝ ਨਵੇਂ ਤੇ ਵੱਡੇ ਐਲਾਨ ਕੀਤੇ ਹੈ ਅਤੇ ਇੱਥੋਂ ਤੱਕ ਦੇ ਐਲਾਨ ਨੇ, ਜੇਕਰ ਮੈਂ ਵਿਸਥਾਰ ਨਾਲ ਨਾ ਵੀ ਗੱਲ ਕਰਾਂ, ਕਿ ਸਤੰਬਰ ਦੇ ਮਹੀਨੇ ਜਾ ਕੇ ਸਭ ਕੁਝ ਪਹਿਲਾਂ ਜਿਵੇਂ ਹੋਇਆ ਕਰਦਾ ਸੀ, ਕੋਵਿਡ-19 ਦੀ ਬਿਮਾਰੀ ਤੋਂ ਪਹਿਲਾਂ ਉਸ ਤਰੀਕੇ ਨਾਲ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ। ਇੱਕ ਸ਼ੁਭ ਸ਼ਗਨ ਮੰਨਿਆ ਜਾ ਰਿਹਾ ਹੈ। ਇਹ ਇੱਕ ਪੋਜ਼ਿਟਿਵ ਨੋਟ ਆਖਿਆ ਜਾ ਸਕਦਾ ਹੈ। ਪਰ ਜੇਕਰ ਉਦੋਂ ਤੱਕ ਫੇਰ ਸਥਿਤੀ ਵਿਗੜੀ ਤਾਂ ਇਹਨਾਂ ਦੇ ਵਿੱਚ ਫੇਰ ਬਦਲ ਕੀਤੇ ਜਾ ਸਕਦੇ ਹੈ। ਪਰ ਹਾਲੇ ਵੀ ਜੇਕਰ ਸਾਨੂੰ ਕੋਈ ਮਾਸਕ ਲਾਉਣ ਦਾ ਤਰੀਕਾ ਦੱਸ ਰਿਹਾ ਹੈ, ਲਗਭਗ ਹੁਣ ਤਾਂ 1.5-2 ਸਾਲ ਹੋ ਚੱਲੇ ਹੈ। ਇਹਦਾ ਮਤਲਬ ਜਾਂ ਅਸੀਂ ਸਿੱਖਣਾ ਨਹੀਂ ਚਾਹੁੰਦੇ ਜਾਂ ਸਾਨੂੰ ਆਪਣੀ ਜਾਂ ਹੋਰਾਂ ਦੀ ਜਾਨ ਦਾ ਸਾਨੂੰ ਪਰਵਾਹ ਜਾਂ ਕੀਮਤ ਦਾ ਮੁੱਲ ਦਾ ਪਤਾ ਕੋਈ ਨਹੀਂ। ਹੁਣ ਮਾਸਕ ਦੱਸਿਆ ਜਾ ਰਿਹਾ ਕਿ ਹਰ ਥਾਂ ਤੇ ਪਾਉਣਾ ਜਿੱਥੇ ਪ੍ਰੋਪਰ ਟੀਕਾਕਰਨ ਨਹੀਂ ਹੋਇਆ। ਬਹੁਤ ਸਾਰੇ ਲੋਕ ਨੇ ਮਾਸਕ ਲਾਉਣਗੇ, ਨੱਕ ਢੱਕਦੇ ਹੀ ਨਹੀਂ, ਕਈ ਮੂੰਹ ਤੋਂ ਵੀ ਹੇਠਾਂ ਰੱਖਣਗੇ। ਅਸਲ ਦੇ ਵਿੱਚ ਮਾਸਕ ਜੇ ਲਾਇਆ ਤਾਂ ਨੱਕ ਢੱਕਣਾ ਬੜਾ ਲਾਜ਼ਮੀ ਹੈ। ਕਈ ਲੋਕ ਜਨਤਕ ਥਾਵਾਂ ਤੇ ਮਾਸਕ ਦੀ ਵਰਤੋਂ ਕਰਦੇ ਹੈ ਪਰ ਨੱਕ ਨਹੀਂ ਢੱਕਦੇ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚੋਂ ਖਬਰ ਮਿਲੀ ਹੈ ਕਿ ਨੱਕ ਨਾ ਢੱਕਣ ਕਾਰਨ ਜਾਂ ਸਹੀ ਮਾਸਕ ਨਾ ਪਹਿਨਣ ਦੇ ਕਾਰਨ ਵੱਡਾ ਜੁਰਮਾਨਾ ਹੋਇਆ। ਅਸਲ ਦੇ ਵਿੱਚ ਇੱਕ ਫਲਾਈਟ ਦੇ ਵਿੱਚ ਇੱਕ ਯਾਤਰੀ ਜਾ ਰਿਹਾ ਸੀ, ਉਹਨੂੰ $9,000 ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਯਾਤਰੀ ਕੈਲੀਫੋਰਨੀਆ ਤੋਂ ਟੈਕਸਸ ਲਈ ਸਾਊਥ ਵੈਸਟ 에ਅਰਲਾਈਨ ਦੀ ਫਲਾਈਟ ਦੇ ਵਿੱਚ ਜਾ ਰਿਹਾ ਸੀ। ਉਹਨੂੰ ਆਖਿਆ ਗਿਆ ਕਿ ਭਾਈ ਮਾਸਕ ਲਾ। ਉਹ ਕਹਿੰਦਾ ਮੈਂ ਨਹੀਂ ਲਾਉਂਦਾ। ਇਸ ਗੱਲ ਤੋਂ ਬਾਅਦ ਉਹਨੂੰ $9,000 ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਵੱਲੋਂ ਉਸ ਵਿਅਕਤੀ ਨੂੰ ਇੱਕ ਚਿੱਠੀ ਭੇਜ ਦਿੱਤੀ ਗਈ ਹੈ ਜਿਸ ਦੇ ਅਨੁਸਾਰ ਉਡਾਨ ਦੌਰਾਨ, ਭਾਵ ਫਲਾਈਟ ਦੇ ਦੌਰਾਨ, ਉਹ ਮਾਸਕ ਪਹਿਨਣਾ ਲਾਜ਼ਮੀ ਕਰਾਰ ਸੀ। ਉਡਾਨ ਦੇ ਦੌਰਾਨ ਫਲਾਈਟ ਅਟੈਂਡੈਂਟਸ ਨੇ ਉਸ ਨੂੰ ਇਹ ਵੀ ਕਿਹਾ ਕਿ ਮੈਂ ਅਟੈਂਡੈਂਟ ਹਾਂ, ਮੈਂ ਤੇਰੇ ਕੋਲ ਇਸ ਕਰਕੇ ਆਈ ਹਾਂ ਕਿ ਤੇਰੇ ਮਾਸਕ ਪ੍ਰੋਪਰ ਨਹੀਂ ਲਾਇਆ ਹੋਇਆ, ਤੇਰਾ ਨੱਕ ਮਾਸਕ ਨਾਲ ਢੱਕਿਆ ਨਹੀਂ ਹੋਇਆ। ਉਹਨੇ ਬੇਨਤੀ ਕੀਤੀ ਕਿ ਮਾਸਕ ਪ੍ਰੋਪਰ ਪਾਓ, ਨੱਕ ਢੱਕੋ। ਪਹਿਲਾਂ ਤਾਂ ਉਹਨੇ ਸਿਰਫ ਨੱਕ ਹੀ ਨਹੀਂ ਸੀ ਢੱਕਿਆ ਹੋਇਆ, ਫਿਰ ਨਾਲ ਤਾਂ ਬੁਰਾ ਵਰਤਾਓ ਕੀਤਾ, ਬੋਲ ਕਬੋਲ ਬੋਲੇ। ਤੇ ਨਾਲੇ ਜਦੋਂ ਅਟੈਂਡੈਂਟ ਨੇ ਉਸ ਨੂੰ ਕਿਹਾ ਕਿ ਨੱਕ ਢੱਕ, ਉਸਨੇ ਮਾਸਕ ਲਾ ਕੇ ਵਗਾ ਮਾਰਿਆ। ਕਹਿੰਦਾ ਹੁਣ ਮੈਂ ਪਾਉਂਦਾ ਹੀ ਨਹੀਂ, ਪਹਿਨਣ ਤੋਂ ਹੀ ਇਨਕਾਰ ਕਰ ਦਿੱਤਾ ਕਿ ਤੂੰ ਨੱਕ ਢੱਕਣ ਵਾਸਤੇ ਕਹਿੰਦੀ ਹੈ, ਮੈਂ ਮਾਸਕ ਹੀ ਨਹੀਂ ਪਾਉਣਾ। ਹੁਣ ਜਦੋਂ ਟੈਕਸਸ ਦੇ ਵਿੱਚ ਮਾਸਕ ਜਦੋਂ ਉਤਰਿਆ, ਉੱਥੇ ਵੀ ਨਹੀਂ ਉਹਨੇ ਪਾਇਆ, ਪਰ ਹੁਣ ਉੱਥੇ ਕਾਨੂੰਨ ਬਣਿਆ ਹੋਇਆ। ਲਗਭਗ ਦੁਨੀਆ ਭਰ ਦੇ ਵਿੱਚ ਹੀ ਜਿੱਥੇ ਕਿਤੇ ਵੀ ਤੁਸੀਂ ਹਵਾਈ ਸਫ਼ਰ ਕਰਨਾ, ਉੱਥੇ ਮਾਸਕ ਲਾਜ਼ਮੀ ਕਰਾਰ ਦਿੱਤਾ ਹੋਇਆ। ਹੁਣ ਇਸ ਯਾਤਰੀ ਦੇ ਇਸ ਵਰਤਾਓ ਦੇ ਕਾਰਨ ਫੈਡਰਲ ਏਵੀਏਸ਼ਨ ਅਥਾਰਟੀ ਉਹਨੇ ਉਸ ਨੂੰ $9,000 ਦੇ ਜੁਰਮਾਨੇ ਦਾ ਨੋਟਿਸ ਜਾਰੀ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ 28 ਅਪ੍ਰੈਲ ਨੂੰ ਇਹ ਚਿੱਠੀ ਭੇਜ ਦਿੱਤੀ ਗਈ ਸੀ ਅਤੇ 30 ਦਿਨ ਉਹਨੂੰ ਜਵਾਬ ਦੇਣ ਵਾਸਤੇ ਆਖੇ ਗਏ ਸੀ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਕਿ ਕੋਵਿਡ-19 ਦੇ ਦੌਰਾਨ ਦਿਸ਼ਾ ਨਿਰਦੇਸ਼ ਨੇ, ਇਹ ਗਾਈਡਲਾਈਨਸ ਨੇ ਕਿ ਜੇਕਰ ਕੋਈ ਫਲਾਈਟ ਦੇ ਦੌਰਾਨ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਹਨਾਂ ਨੂੰ ਜੁਰਮਾਨਾ ਕੀਤਾ ਜਾਏਗਾ। ਉਸੇ ਦਿਸ਼ਾ ਨਿਰਦੇਸ਼ ਦੇ ਤਹਿਤ
इस व्यक्ति ਨੂੰ $9,000 जुर्माने ਦੇ ਭਰਨ ਵਾਸਤੇ ਆਖਿਆ ਗਿਆ ਹੈ। ਤੁਹਾਨੂੰ ਵੀ ਬੇਨਤੀ ਹੈ ਕਿ ਭਾਵੇਂ ਬੱਸ 'ਚ ਸਫ਼ਰ ਕਰ ਰਹੇ ਹੋ, ਜਨਤਕ ਥਾਂ ਤੇ ਜਾ ਰਹੇ ਹੋ, ਜਿੱਥੇ ਜਿੱਥੇ ਹਾਲੇ ਵੀ ਮਾਸਕ ਪਹਿਨਣ ਵਾਸਤੇ ਆਖਿਆ ਹੋਇਆ ਹੈ, ਕਿਰਪਾ ਕਰਕੇ ਮਾਸਕ ਪਹਿਨਿਓ, ਕਿਉਂਕਿ ਲੱਖਾਂ ਕਰੋੜਾਂ ਦੇ ਜੁਰਮਾਨੇ ਬਹੁਤ ਸਾਰੇ ਲੋਕ ਹਰ ਥਾਂ ਤੇ ਇਸ ਕਾਰਨ ਭਰ ਚੁੱਕੇ ਹੈ। ਤੇ ਅਗਲੀ ਖਬਰ ਵੀ ਅਮਰੀਕਾ ਵਾਲੇ ਪਾਸੇ ਹੋਈ ਹੈ। ਜੋਰਜ ਫਲੋਇਡ ਲਗਭਗ ਪੂਰਾ 1 ਸਾਲ ਹੋ ਗਿਆ ਇਸ ਵਿਅਕਤੀ ਦੀ ਜਾਨ ਇੱਕ ਪੁਲਿਸ ਅਫਸਰ ਦੇ ਹੱਥੋਂ ਗਈ ਸੀ ਤੇ ਉਹਨਾਂ ਨੇ ਰਾਸ਼ਟਰਪਤੀ ਬਾਈਡਨ ਦੇ ਨਾਲ ਉਹਦੇ ਪਰਿਵਾਰ ਨੇ ਮੁਲਾਕਾਤ ਕੀਤੀ ਹੈ। ਪਹਿਲੀ ਵਰਸੀ ਸੀ। ਜੋਰਜ ਫਲੋਇਡ ਦਾ ਪਰਿਵਾਰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਕੱਲ੍ਹ ਵਾਈਟ ਹਾਊਸ ਦੇ ਵਿੱਚ ਮਿਲਣ ਵਾਸਤੇ ਮੁਲਾਕਾਤ ਕਰਨ ਵਾਸਤੇ ਪਹੁੰਚਿਆ। ਜਾਣਕਾਰੀ ਮਿਲੀ ਹੈ ਕਿ ਮੁਲਾਕਾਤ ਦੌਰਾਨ ਉਹਨਾਂ ਨੇ ਆਪਣੇ ਪਿਆਰੇ ਨੂੰ ਗਵਾਉਣ ਦਾ ਦੁੱਖ ਪ੍ਰਗਟਾਇਆ, ਨਸਲਵਾਦ ਦੇ ਖਿਲਾਫ ਸਖਤ ਕਾਨੂੰਨ ਦੀ ਮੰਗ ਵੀ ਕੀਤੀ। ਫਲੋਇਡ ਦੇ ਕਤਲ ਦੇ 1 ਸਾਲ ਪੂਰਾ ਹੋਣ ਤੇ ਵਾਸ਼ਿੰਗਟਨ ਵਿੱਚ ਇੱਕ ਅਜਿਹਾ ਕਾਨੂੰਨ ਪਾਸ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਅਪਰਾਧਕ ਨਿਆਂ ਨੂੰ ਹੋਰ ਜ਼ਿਆਦਾ ਨਿਆਂਪੂਰਨ ਬਣਾਇਆ ਜਾ ਸਕੇਗਾ। ਫਲੋਇਡ ਦੇ ਭਰਾ ਨੇ ਰਾਸ਼ਟਰਪਤੀ ਨੂੰ ਆਖਿਆ ਕਿ ਤੁਸੀਂ ਮੈਨੂੰ ਇੱਕ ਸੱਚੇ ਵਿਅਕਤੀ ਲੱਗਦੇ ਹੋ। ਰਾਸ਼ਟਰਪਤੀ ਨੂੰ ਸੱਚਾ ਵਿਅਕਤੀ ਦੱਸਦਿਆਂ ਕਿਹਾ ਕਿ ਮੇਰੇ ਭਰਾ ਨਾਲ ਜੋ ਹੋਇਆ ਇਹ ਕਾਨੂੰਨ ਉਸ ਦੀ ਯਾਦ ਵਿੱਚ ਹੈ। ਫਲੋਇਡ ਦਾ ਭਤੀਜਾ ਬ੍ਰੈਂਡਨ, ਉਹਨੇ ਆਖਿਆ ਕਿ ਬਾਈਡਨ ਨੇ ਉਹਨਾਂ ਨੂੰ ਕਿਹਾ ਕਿ ਉਹ ਚਾਹੁੰਦੇ ਨੇ ਕਿ ਬਿੱਲ ਅਰਥਪੂਰਨ ਹੋਵੇ ਅਤੇ ਇਸ ਵਿੱਚ ਜੋਰਜ ਫਲੋਇਡ ਦੀ ਵਿਰਾਸਤ ਬਰਕਰਾਰ ਰਹੇ। ਉਹਨਾਂ ਕਿਹਾ ਕਿ ਬਾਈਡਨ ਇਸ ਬਾਰੇ ਵਿੱਚ ਅਸਲ ਵਿੱਚ ਫਿਕਰਮੰਦ ਸਨ ਕਿ ਪਰਿਵਾਰ ਦਾ ਹਾਲ ਕਿਹੋ ਜਿਹਾ ਹੈ। ਪਰਿਵਾਰ ਦੀ ਸਥਿਤੀ ਹਾਲ ਜਾਣਨ ਦੇ ਵਾਸਤੇ ਵਾਈਟ ਹਾਊਸ ਦੇ ਵਿੱਚ ਉਹਨਾਂ ਨੂੰ ਸੱਦਾ ਦਿੱਤਾ ਸੀ। ਆਹੀ ਫਰਕ ਹੈ। ਸਾਡੇ ਵਾਲੇ ਪਾਸੇ ਪੁਲਿਸ ਦੇ ਹੱਥੋਂ ਬਹੁਤ ਸਾਰੀਆਂ ਜਾਨਾਂ ਚਲੇ ਗਈਆਂ। ਤੁਸੀਂ ਦੇਖੋ ਕਿ 3-3 4-4 ਦਹਾਕੇ ਬੀਤਣ ਤੋਂ ਬਾਅਦ ਅਦਾਲਤਾਂ ਦੇ ਚੱਕਰ ਕੱਟ ਰਹੇ ਨੇ ਪਰਿਵਾਰ ਦੇ ਜੀ, ਪਰ ਇਨਸਾਫ ਨਹੀਂ ਮਿਲਿਆ। ਕਦੇ ਖਬਰ ਆਈ ਹੈ ਕਿ ਰਾਸ਼ਟਰਪਤੀ ਨੇ ਜਿਸ ਪਰਿਵਾਰ ਦੇ ਨਾਲ ਪੁਲਿਸ ਵੱਲੋਂ ਜ਼ਿਆਦਤੀ ਕੀਤੀ ਗਈ ਹੋਵੇ ਉਹਨੂੰ ਰਾਸ਼ਟਰਪਤੀ ਭਵਨ ਦੇ ਵਿੱਚ ਸੱਦਾ ਦਿੱਤਾ ਹੋਵੇ ਕਿ ਆ ਬਈ ਤੁਹਾਡੇ ਪਰਿਵਾਰ ਦਾ ਹਾਲ ਜਾਣੀਏ ਕਿ ਤੁਹਾਡੇ ਵਿਅਕਤੀ ਦੀ ਮੌਤ ਤੋਂ ਬਾਅਦ ਪਰਿਵਾਰ ਕਿਹੋ ਜਿਹੀ ਸਥਿਤੀ ਵਿੱਚ ਹੈ। ਹੁਣ ਤੁਸੀਂ ਦੇਖੋ ਕਿ ਰਾਸ਼ਟਰਪਤੀ ਭਵਨ ਦੇ ਵਿੱਚ ਸੱਦਾ ਦਿੱਤਾ ਤੇ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਪਤਾ ਲੱਗਿਆ ਕਿ ਫਲੋਇਡ ਦੀ ਬੇਟੀ ਵੀ ਪਹੁੰਚੀ ਹੋਈ ਸੀ। ਉਹਦੇ ਨਾਲ ਰਾਸ਼ਟਰਪਤੀ ਬਾਈਡਨ ਖੇਡੇ ਵੀ। ਰਾਸ਼ਟਰਪਤੀ ਨੇ ਦੱਸਿਆ ਕਿ ਜਦੋਂ ਬੱਚੀ ਨੇ ਕਿਹਾ ਕਿ ਉਸ ਨੂੰ ਭੁੱਖ ਲੱਗੀ ਹੈ ਤਾਂ ਅਸੀਂ ਉਹਨਾਂ ਨੂੰ ਆਈਸਕ੍ਰੀਮ ਦਿੱਤੀ, ਕੁਝ ਸਨੈਕਸ ਵੀ ਦਿੱਤੇ। ਬਾਅਦ ਦੇ ਵਿੱਚ ਵਾਈਟ ਹਾਊਸ ਦੇ ਬਾਹਰ ਕੈਮਰਿਆਂ ਦੇ ਸਾਹਮਣੇ ਖੜੇ ਹੋ ਗਏ ਅਤੇ ਪਿਆਰ ਨਾਲ ਕਿਹਾ ਉਹਨਾਂ ਦਾ ਨਾਮ ਲਵੋ। ਇਸ ਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜੋਰਜ ਫਲੋਇਡ, ਭਾਵੇਂ ਕਿ ਫਲੋਇਡ ਦੀ ਭੈਣ ਬ੍ਰਿਟਨ ਫਲੋਇਡ ਨੇ ਕਿਹਾ ਸੀ ਕਿ ਵਾਸ਼ਿੰਗਟਨ ਓਨੀ ਦੇਰ ਨਹੀਂ ਮੈਂ ਜਾਵਾਂਗੀ, ਆ ਸੱਦਾ ਠੁਕਰਾ ਦਿੱਤਾ ਸੀ, ਇਨਕਾਰ ਕਰ ਦਿੱਤਾ ਸੀ ਕਿ ਜਦੋਂ ਤੱਕ ਉਹ ਬਿੱਲ ਕਾਨੂੰਨ ਨਹੀਂ ਬਣ ਜਾਂਦਾ, ਭਾਵ ਉਹਦੇ ਤੇ ਦਸਤਖਤ ਨਹੀਂ ਹੋ ਜਾਂਦੇ, ਉਦੋਂ ਤੱਕ ਉਹ ਵਾਸ਼ਿੰਗਟਨ DC ਨਹੀਂ ਜਾਏਗੀ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਉਹਨਾਂ ਨੇ ਸੰਸਦ ਮੈਂਬਰਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੂੰ ਉਮੀਦ ਪੂਰੀ ਹੈ ਕਿ ਯਾਦਗਾਰੀ ਦਿਹਾੜੇ ਦੇ ਬਾਅਦ ਅਸੀਂ ਕਿਸੇ ਸਮਝੌਤੇ ਤੇ ਪਹੁੰਚ ਚੁੱਕੇ ਹੋਵਾਂਗੇ। ਇਸ ਤੋਂ ਪਹਿਲਾਂ ਜੋਰਜ ਫਲੋਇਡ ਦੇ ਪਰਿਵਾਰਕ ਮੈਂਬਰਾਂ ਨੇ ਵੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ। ਉਹਨਾਂ ਕੱਲ੍ਹ ਸਵੇਰੇ ਸਦਨ ਦੀ ਡੈਮੋਕ੍ਰੇਟਿਕ ਪ੍ਰਧਾਨ ਨੈਂਸੀ ਪੈਲੋਸੀ ਅਤੇ ਰਿਪਬਲਿਕਨ ਸੰਸਥਾ ਨਾਲ ਵੀ ਮੁਲਾਕਾਤ ਕੀਤੀ। ਦੱਸਣਾ ਬਣਦਾ ਸ਼ਾਇਦ ਤੁਹਾਨੂੰ ਚੇਤੇ ਹੋਵੇ ਕਿ ਇੱਕ ਸਾਬਕਾ ਪੁਲਿਸ ਅਫਸਰ ਡੈਰੇਕ ਚੋਵਨ, ਉਹਨਾਂ ਨੇ 25 ਮਈ ਤੇ 2020 ਨੂੰ ਗੋਡਾ ਰੱਖ ਲਿਆ ਸੀ ਗਰਦਨ ਦੇ ਜੋਰਜ ਫਲੋਇਡ ਦੀ ਤੇ ਲਗਭਗ 9 ਮਿੰਟ ਤੋਂ ਵੱਧ ਸਮੇਂ ਤੱਕ ਧੌਣ ਤੇ ਗੋਡਾ ਰੱਖਿਆ ਤੇ ਬਾਅਦ ਦੇ ਵਿੱਚ ਜਦੋਂ ਚੁੱਕਿਆ ਉਸ ਵਕਤ ਤੱਕ ਜੋਰਜ ਫਲੋਇਡ ਦੀ ਮੌਤ ਹੋ ਚੁੱਕੀ ਸੀ। ਫਲੋਇਡ ਦੀ ਮੌਤ ਤੋਂ ਬਾਅਦ ਅਮਰੀਕਾ ਵਿੱਚ ਵੀ ਅਤੇ ਦੁਨੀਆ ਭਰ ਦੇ ਵਿੱਚ ਨਸਲਵਾਦ ਦੇ ਖਿਲਾਫ ਪ੍ਰਦਰਸ਼ਨ ਹੋਏ ਸੀ। ਪੁਲਿਸ ਦੇ ਸੁਧਾਰਾਂ ਦੀ ਗੱਲ ਤੁਰੀ ਸੀ। ਦੁਨੀਆ ਭਰ ਦੇ ਵਿੱਚ ਇਹ ਕਤਲ ਦੀ ਨਿੰਦਾ ਹੋਈ ਸੀ। ਇਸ ਤੋਂ ਬਾਅਦ ਪੁਲਿਸ ਵਿੱਚ ਸੁਧਾਰਾਂ ਦੀ ਮੰਗ ਲਗਾਤਾਰ ਤੇਜ਼ ਹੁੰਦੀ ਗਈ ਅਤੇ ਚੌਵਨ ਨੂੰ ਬੀਤੇ ਮਹੀਨੇ ਕਤਲ ਦੇ ਦੋਸ਼ ਵਿੱਚ ਦੋਸ਼ੀ ਠਹਿਰਾ ਦਿੱਤਾ ਗਿਆ ਸੀ। 1 ਸਾਲ ਦੇ ਅੰਦਰ ਅੰਦਰ ਪਰਿਵਾਰ ਨੂੰ ਨਿਆਂ ਦੇ ਦਿੱਤਾ ਹੈ। ਅਗਲੀ ਜਿਹੜੀ ਖਬਰ ਹੈ, ਟੋਲ ਪਲਾਜ਼ਿਆਂ ਦੇ ਉੱਤੇ ਤੁਸੀਂ ਜਾਣਦੇ ਹੋ ਲੰਬੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਨੇ। ਤੁਸੀਂ ਦੇਖੋ ਕਿ ਦਿੱਲੀ ਤੋਂ ਜੇਕਰ ਕਿਸੇ ਨੇ ਅੰਮ੍ਰਿਤਸਰ ਤੱਕ ਹੀ ਜਾਣਾ ਹੋਵੇ, ਆਮ ਬੰਦਾ ਤਾਂ ਟੋਲ ਦਾ ਖਰਚ ਨਹੀਂ ਚੱਲ ਸਕਦਾ। ਟੈਕਸੀ ਦਾ ਕਰਨੀ ਹੋਵੇ ਉਹ ਵੱਖਰੀ, ਆਪਦੀ ਗੱਡੀ ਹੋਵੇ ਡੀਜ਼ਲ ਜਾਂ ਪੈਟਰੋਲ ਵੱਖਰਾ। ਪਰ ਆ ਬੀਤੇ ਜਦੋਂ ਦਾ ਕਿਸਾਨ ਅੰਦੋਲਨ ਚੱਲ ਰਿਹਾ, ਟੋਲ ਪਲਾਜ਼ੇ ਬਹੁਤ ਨੇ ਜਿਹੜੇ ਫ੍ਰੀ ਕੀਤੇ ਹੋਏ ਨੇ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਭਾਵ NHAI ਨੇ ਕਿਹਾ ਹੈ
ਕਿ ਰਾਸ਼ਟਰੀ ਰਾਜਮਾਰਗਾਂ ਦੇ ਟੋਲ ਪਲਾਜ਼ਿਆਂ ਤੇ ਹੁਣ ਗੱਡੀਆਂ ਨੂੰ ਜੇਕਰ 10 ਸੈਕਿੰਡ ਤੋਂ ਜ਼ਿਆਦਾ ਇੰਤਜ਼ਾਰ ਕਰਨਾ ਪਿਆ ਤਾਂ ਟੋਲ ਨਹੀਂ ਦੇਣਾ ਪਏਗਾ। ਇਸ ਦੇ ਲਈ ਅਥਾਰਟੀ ਨੇ ਕੁਝ ਗਾਈਡਲਾਈਨਸ ਜਾਰੀ ਕੀਤੀਆਂ ਨੇ। ਨੈਸ਼ਨਲ ਅਥਾਰਟੀ ਆਫ ਇੰਡੀਆ ਦੇ ਇਹਨਾਂ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਟੋਲ ਪਲਾਜ਼ਿਆਂ ਤੇ ਹੋ ਸਕਦਾ ਕਿ ਲੰਬੀ ਲਾਈਨ ਤੋਂ ਜਾਂ ਇੰਤਜ਼ਾਰ ਦਾ ਛੁਟਕਾਰਾ ਮਿਲੇ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਕਿਹਾ ਕਿ ਪੀਕ ਆਵਰ ਦੇ ਵਿੱਚ ਵੀ ਟੋਲ ਪਲਾਜ਼ੇ ਤੇ ਜੇਕਰ ਗੱਡੀਆਂ ਨੂੰ 10 ਸੈਕਿੰਡ ਤੋਂ ਜ਼ਿਆਦਾ ਇੰਤਜ਼ਾਰ ਕਰਨਾ ਪਿਆ ਉਹ ਗਲਤ ਹੈ। ਕਹਿਣ ਦਾ ਭਾਵ ਕਿ ਟੋਲ ਪਲਾਜ਼ੇ ਤੇ 100 ਮੀਟਰ ਤੋਂ ਜ਼ਿਆਦਾ ਲੰਬੀ ਲਾਈਨ ਗੱਡੀਆਂ ਦੀ ਨਹੀਂ ਲੱਗ ਸਕਦੀ। ਜੇਕਰ ਕਿਸੇ ਵੀ ਕਾਰਨ ਉਹਨਾਂ ਕਿਹਾ ਕਿ ਇਸ ਨਵੀਂ ਗਾਈਡਲਾਈਨ ਵਿੱਚ ਟੋਲ ਪਲਾਜ਼ੇ ਤੇ 100 ਮੀਟਰ ਤੋਂ ਜ਼ਿਆਦਾ ਲੰਬੀ ਲਾਈਨ ਲੱਗਦੀ ਹੈ ਤਾਂ ਭਾਵੇਂ ਕੋਈ ਵੀ ਗੱਡੀ ਹੈ ਜਿਹੜੀ 100 ਮੀਟਰ ਤੋਂ ਪਿੱਛੇ ਆ ਕੇ ਰੁਕੀ ਹੈ ਉਹਨੂੰ ਟੋਲ ਟੈਕਸ ਭੁਗਤਾਨ ਕਰਨ ਦੀ ਜ਼ਰੂਰਤ ਨਹੀਂ। NHAI ਦੇ ਨਵੇਂ ਨਿਯਮਾਂ ਦੇ ਮੁਤਾਬਕ ਹਰ ਟੋਲ ਪਲਾਜ਼ਾ ਤੇ 100 ਮੀਟਰ ਦੀ ਦੂਰੀ ਦੱਸਣ ਦੇ ਵਾਸਤੇ ਕਿ ਇੱਥੇ ਤੱਕ 100 ਮੀਟਰ ਨੇ ਇੱਕ ਪੀਲੇ ਰੰਗ ਦੀ ਲਾਈਨ ਖਿੱਚੀ ਜਾਏਗੀ। ਅਜਿਹਾ ਹਰ ਟੋਲ ਪਲਾਜ਼ੇ ਤੇ ਕੀਤਾ ਜਾਏਗਾ। NHAI ਨੇ ਕਿਹਾ ਹੈ ਕਿ ਇਹ ਟੋਲ ਪਲਾਜ਼ਾ ਆਪਰੇਟਰਾਂ ਦੀ ਜਵਾਬਦੇਹੀ ਤੈਅ ਕਰੇਗਾ। ਫਰਵਰੀ 2021 ਤੋਂ 100% ਕੈਸ਼ਲੈਸ ਟੋਲਿੰਗ ਹੋ ਚੁੱਕੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਇਹਦੇ ਵਿੱਚ ਹੋਰ ਸੁਧਾਰ ਕੀਤੇ ਜਾਣਗੇ। ਪਰ ਹੁਣ ਸਵਾਲ ਇਸ ਗੱਲ ਦਾ ਹੈ ਕਿ ਕਿਤੇ ਲੜਾਈ ਝਗੜੇ ਤਾਂ ਨਹੀਂ ਵੱਧ ਜਾਣਗੇ। ਹੋ ਸਕਦਾ ਕਿਤੇ ਲੋਕ ਕਿਹਾ ਕਰਨਾ ਦੇਖ ਲਓ ਮੈਂ ਤਾਂ ਪੀਲੀ ਲਾਈਨ ਤੋਂ ਪਿੱਛੇ ਖੜਾ ਸੀ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੱਲ ਨੂੰ ਇੰਪਲੀਮੈਂਟ ਕਿਵੇਂ ਕੀਤਾ ਜਾਂਦਾ ਹੈ, ਕਿਉਂਕਿ ਕਾਨੂੰਨ ਤਾਂ ਪਹਿਲਾਂ ਵੀ ਬਹੁਤ ਬਣੇ ਹੋਏ ਨੇ। ਪਰ ਆਹ ਖਬਰ ਇੱਕ ਚੰਗੀ ਖਬਰ ਹੈ ਕਿ ਲੋਕਾਂ ਦਾ ਸਮਾਂ ਬਚੂਗਾ, ਪੈਸੇ ਬਚਣਗੇ, ਪਰ ਇਹਦੇ ਨਾਲ ਹੋ ਸਕਦਾ ਕਿ ਲੜਾਈ ਝਗੜੇ ਵੀ ਵੱਧ ਜਾਣ। ਤੇ ਅਗਲੀ ਖਬਰ ਹੈ ਪੰਜਾਬ ਦੀ ਰਾਜਨੀਤੀ ਦੇ ਵਾਸਤੇ ਬਹੁਤ ਵੱਡੀ ਖਬਰ ਹੈ। ਬੀਤੇ ਕਈਆਂ ਦਿਨਾਂ ਤੋਂ ਲਗਾਤਾਰ ਖਬਰਾਂ ਆ ਰਹੀਆਂ ਨੇ ਕਿ ਸੁਖਪਾਲ ਖਹਿਰਾ ਆਪਣੀ ਪੁਰਾਣੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਮੈਂ ਬੀਤੇ ਦਿਨੀ ਵੀ ਖਬਰ ਦਿੱਤੀ ਸੀ ਪਰ ਉਹਦੇ ਤੋਂ ਬਾਅਦ ਵੀ ਸੁਖਪਾਲ ਖਹਿਰਾ ਨੇ ਆਪਣੇ ਹਲੇ ਪੱਤੇ ਨਹੀਂ ਖੋਲੇ। ਪਰ ਹੁਣ ਖਬਰਾਂ ਫੇਰ ਨੇ ਕਿ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਖਹਿਰਾ ਕਿਸੇ ਵੇਲੇ ਵੀ ਮੁੜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਹੈ। ਇਹ ਕਿਆਸ ਰਾਈਆਂ ਨੇ, ਹੋ ਸਕਦਾ ਕਿ ਇਹਦੇ ਤੇ ਜਲਦ ਭਾਵ ਛੇਤੀ ਮੋਹਰ ਲੱਗ ਜਾਏ। ਤੁਸੀਂ ਦੇਖੋ ਕਿ ਹੁਣ ਉਹ ਸਮਾਂ ਦੂਰ ਨਹੀਂ ਜਦ ਕਾਂਗਰਸ ਪਾਰਟੀ ਵਿੱਚੋਂ ਕਹਿੰਦੇ ਆਪਣੀ ਸ਼ਮੂਲੀਅਤ ਕਰ ਲੈਣਗੇ। ਇਹ ਜਿਹੜੀਆਂ ਕਿਆਸ ਰਾਈਆਂ ਨੇ ਹਕੀਕਤ ਵਿੱਚ ਉਹਨਾਂ ਨੂੰ ਬਦਲ ਦੇਣਗੇ, ਕਿਉਂਕਿ ਸੁਖਪਾਲ ਖਹਿਰਾ ਨੂੰ ਕਾਂਗਰਸ ਵਿੱਚ ਸ਼ਾਮਲ ਕਰਕੇ ਉਸ ਦਾ ਰਸਮੀ ਐਲਾਨ ਕਰਵਾਉਣ ਦੇ ਲਈ ਕਾਂਗਰਸ ਹਾਈ ਕਮਾਨ ਆਪਣੇ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੀ ਉਡੀਕ ਵਿੱਚ ਦੱਸੀ ਜਾ ਰਹੀ ਹੈ। ਖਹਿਰਾ ਦੇ ਨੇੜਲੇ ਸੂਤਰਾਂ ਤੋਂ ਪਤਾ ਲੱਗਿਆ ਕਿ ਉਹਨਾਂ ਦੀ ਕਾਂਗਰਸ ਵਿੱਚ ਸ਼ਮੂਲੀਅਤ ਕਰਵਾਉਣ ਦੇ ਲਈ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਕੈਪਟਨ ਅਮਰਿੰਦਰ ਸਿੰਘ ਅਤੇ ਹਰੀਸ਼ ਰਾਵਤ ਨੇ ਹਰੀ ਝੰਡੀ ਦਿਖਾ ਦਿੱਤੀ ਹੈ ਕਿ ਠੀਕ ਹੈ ਇਹ ਬੰਦਾ ਆਪਣੇ ਕੰਮ ਦਾ ਤੇ ਇਹਨੂੰ ਲੈ ਲਓ। ਤੇ ਦੂਸਰੇ ਪਾਸੇ ਜਿਹੜੇ ਖਹਿਰਾ ਦੇ ਸਮਰਥਕ ਨੇ, ਖਹਿਰਾ ਵੱਲੋਂ ਆਪਣੇ ਸਮਰਥਕਾਂ ਨਾਲ ਇਹਨਾਂ ਦਿਨਾਂ ਦੇ ਵਿੱਚ ਨੁੱਕੜ ਮੀਟਿੰਗਾਂ ਚੱਲ ਰਹੀਆਂ ਨੇ ਤੇ ਉਹਨਾਂ ਨੂੰ ਵੱਡਾ ਹੁੰਗਾਰਾ ਵੀ ਇਹਨਾਂ ਮੀਟਿੰਗਾਂ ਦੇ ਵਿੱਚ ਮਿਲ ਰਿਹਾ ਹੈ। ਖਬਰ ਇਹ ਹੈ ਕਿ ਹਲਕਾ ਭੁਲੱਥ ਅਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਹ ਖਬਰ ਅੱਗ ਵਾਂਗ ਫੈਲ ਚੁੱਕੀ ਹੈ। ਸੁਖਪਾਲ ਖਹਿਰਾ ਦਾ ਬੀਤੇ 7-8 ਦਿਨਾਂ ਤੋਂ ਦਿੱਲੀ ਦੇ ਵਿੱਚ ਪਤਾ ਲੱਗਿਆ ਕਿ ਸੀਨੀਅਰ ਕਾਂਗਰਸੀ ਆਗੂਆਂ ਦੇ ਨਾਲ ਮੇਲ ਮਿਲਾਪ ਕਾਫੀ ਚੱਲਦਾ ਰਿਹਾ ਹੈ। ਕਾਂਗਰਸ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਖਹਿਰਾ ਹਲਕਾ ਭੁਲੱਥ ਤੋਂ ਜਿੱਥੇ ਕਾਂਗਰਸ ਦੇ ਮਜ਼ਬੂਤ ਸੰਭਾਵੀ ਉਮੀਦਵਾਰ ਬਣ ਜਾਣਗੇ ਉੱਥੇ ਇੱਕ ਅਨਾਰ 100 ਬਿਮਾਰ ਦੀ ਰਾਜਨੀਤੀ ਤਹਿਤ ਜਿਹੜੇ ਵੱਖ-ਵੱਖ ਆਗੂ ਨੇ ਜੋ ਆਪਣੇ ਆਪ ਨੂੰ ਹਲਕਾ ਇੰਚਾਰਜ ਤੇ ਕਦੀ ਪੰਜਾਬ ਕਾਂਗਰਸ ਦੇ ਆਗੂ ਹੋਣ ਦੇ ਨਾਤੇ ਕਾਂਗਰਸ ਦੇ ਇਸ ਹਲਕੇ ਤੋਂ ਮਜ਼ਬੂਤ ਉਮੀਦਵਾਰ ਸਮਝ ਕੇ ਆਪੋ ਆਪਣੀਆਂ ਡਫਲੀਆਂ ਆਪੋ ਆਪਣੇ ਰਾਗ ਅਲਾਪ ਦੇ ਫਿਰਦੇ ਹੈ। ਉਹਨਾਂ ਦੀ ਨੀਤੀ ਤੇ ਉਹਨਾਂ ਦੀ ਨੀਤ ਤੇ ਵਿਰਾਮ ਚਿੰਨ੍ਹ ਜ਼ਰੂਰ ਲੱਗ ਜਾਏਗਾ। ਜੇ ਸੁਖਪਾਲ ਖਹਿਰਾ ਕਾਂਗਰਸ ਵਿੱਚ ਸ਼ਾਮਲ ਹੁੰਦੇ ਆ ਫਿਰ ਹਲਕਾ ਭੁਲੱਥ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਹੀ ਹੋਣਗੇ। ਇੱਥੋਂ ਤੱਕ ਕਿ ਇੱਕ ਆਗੂ ਜੋ ਇੱਕ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਖਾਸਮ ਖਾਸ ਹੋਣ ਕਰਕੇ ਵੀ ਆਪਣੀ ਟਿਕਟ ਇਸ ਹਲਕੇ ਤੋਂ ਸੰਭਾਵੀ ਸਮਝਦਾ ਸੀ। ਇਸੇ ਤਰ੍ਹਾਂ ਖਹਿਰਾ ਦੇ 2017 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਆਪ ਵਿੱਚ ਜਾਣ ਕਰਕੇ ਉਹਨਾਂ ਦੀ ਜਗ੍ਹਾ ਪਾਰਟੀ ਟਿਕਟ ਹਥਿਆਉਣ ਵਾਲੇ ਆਗੂ ਅਤੇ ਇੱਕ ਹੋਰ ਯੂਥ ਕਾਂਗਰਸ ਦੇ ਆਗੂ ਨੇ ਉਹ ਵੀ ਹਲਕਾ ਭੁਲੱਥ ਤੋਂ ਕਾਂਗਰਸ ਦੀ ਟਿਕਟ ਲੈਣ ਦੀ ਦਾਅਵੇਦਾਰੀ ਕਰ ਰਹੇ ਆ। ਸ਼ਾਇਦ ਉਹਨਾਂ ਨੂੰ ਝਟਕਾ ਜ਼ਰੂਰ ਲੱਗ ਜਾਏਗਾ ਜੇ ਖਹਿਰਾ ਸ਼ਾਮਲ ਹੋ ਜਾਂਦੇ ਹੈ। ਹੁਣ ਰਸਮੀ ਐਲਾਨ ਕਦੋਂ ਹੋਣਾ ਹੈ ਇਹ ਹਾਈ ਕਮਾਨ ਜਾਣੇ, ਇਹ ਖਹਿਰਾ ਸਭ ਜਾਣਨ। ਪਰ ਖਹਿਰਾ ਦੇ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਦੇ ਚਰਚਿਆਂ ਜਾਂ ਇਹਨਾਂ ਦਾਅਵੇਦਾਰੀਆਂ ਕਰਨ ਵਾਲਿਆਂ ਦੇ ਸਾਹਮਣੇ
बहुत वड्डियां कईयां दे दिक्कतां ने ते कई चाहुंदे आ कि काम होवे ना, कई चाहुंदे आ काम हो जाए। हुण अंदर खाते जिन्नियां भी पार्टियां ने, जिवें भाजपा भी है, आप भी है, अकाली दल डेमोक्रेटिक संयुक्त भी है जां बसपा भी है, इस हलके तो टिकट लैण लई हत्थ पैर मार के अपना भविख तलाशण लई जद्दोजहद जरूर शुरू कर देणगे। भाव जे खैरा कांग्रेस विच शामिल हुंदे ने तां कुछ जिहड़े कांग्रेसी टिकट के दावेदार ने जो हल्के विच खैरा के मुकाबले इन्ने मजबूत नहीं, हो सकता है कि वह पार्टी छड्ड देण, यह भी हो सकता है क्योंकि वो टिकट चाहुंदे है, पर जदों पता लगना कि कांग्रेस के विच खैरा साहब आ गया, टिकट उन्होंने मिल जानी, हो सकता वो पार्टी छड्डण वास्ते मजबूर होण। खैरा दे कांग्रेस विच शामिल होण नाल यह भी गल है कि कांग्रेस नूं इस हल्के तो फिर मजबूती मिलेगी, पर यह भी गल है कि बहुत सारे लोग खैरा का विरोध भी करनगे कि जिन्होंने निंदते रहे, भंडते रहे, अज फिर वो पार्टी दुध धोती किवें हो गई। भाजपा समेत कई पार्टियां विधान सभा चोणां विच उतरनगियां, पर फिलहाल गेंद किहड़े पाले च जाएगी ये अंदाज़ा लाउणा हाल की घड़ी मुश्किल है, क्योंकि जे आही स्थिति रही, कानून वापस ना लए तो पहली गल तो 117 उम्मीदवार भाजपा नूं पंजाब चों लभणे औखे हो जाणगे, जे लभ गए तो जमानतां बचाउणीਆਂ औखियां हो जाणगीਆਂ। हुण कांग्रेसी कारकुन ने जिहड़े इस हलके दे, उन्हां दे चेहरिਆਂ ते रौनकां परतीਆਂ ने, क्योंकि कांग्रेस के बहुत सारे कारकुन ने जिहड़े पार्टीबाजी तो उपर उठ के सुखपाल खैरा जां खैरा दे परिवारक दे नाल निजी तौर पर संबंध रखते हैं, क्योंकि उसका कारण है खैरा साहब के जिहड़े पिता सी साबका सिक्ख्या मंत्री सुखजिंदर रंधावा वेले तो वो इस परिवार दे नाल, खैरा परिवार दे नाल चट्टान वांग खड़े है। जिवें ही इन्हां लोकां दे कन्नां विच खैरा दे शामिल होण दी खबर पहुंची, आवाज़ पहुंची, खबरां ने कि उन्हां दे चेहरिਆਂ ते मुड़ रौनक परती है। खैरा परिवार दे नाल इस हलके दे विच इक वड्डा वोट बैंक है, जिसका सबूत उन्होंने आप विच शामिल होकर 2017 विच मुड़ विधायक बन के दे दिता सी। पर हाल की घड़ी ये कियास लाइयां ने, पर अग ये धूनी कई दिन की धुख रही है, पर खैरा साहब कुछ बोल नहीं रहे। पर दिल्ली 7-8 दिन कांग्रेस के उच्च आगुआं नाल मीटिंगां होण दी, मीटिंग करन दी खबरां जरूर ने। देखते हैं कि की सचमुच सुखपाल खैरा मुड़ अपनी पुरानी पार्टी विच जांदे है। जे जांदे है तो यह गल मननी पऊ कि कुछ कांग्रेस छड्डणगे, कुछ कांग्रेसी हैरान होणगे, कुछ आम आदमी पार्टी के लोग नाराज़ भी होणगे, अते कुछ एक लोग खैरा नाल नाराज़ भी होणगे ते कुछ चंगा भी महसूस करनगे। अगली जिहड़ी खबर है बेअदबी की खबर है। बेअदबियां रुकण दा नाम ही नहीं लैंदियां। तुसीं देखो कि एक मामला दर्ज होंदा है ते दूसरे की खबर आ जाती है। हालांकि मैं महसूस करदा कि भावें वो सिख होवे गैर सिख होवे, किसी भी धर्म की तौहीन करन तो पहलां 1000 बार बंदा सोचदा है, पर ये लोग पता नहीं किहड़े हड्ड मास ते बने हुए ने। आ खबर मिली है थाणा समालसर दे पैंदा अधीन पिंड सुखानंद जिला मोगे च। उत्थे बीती तकरीबन 11 कुछ बजे रात का समा सी, एक शराबी व्यक्ति ਉਹਦੇ ਵੱਲੋਂ 3 गुटके साहब मंडी ਦੇ ਵਿੱਚ ਖਿਲਾਰ ਕੇ ਸ਼ਰੇਆਮ ਬੇਅਦਬੀ ਕਰ ਦਿੱਤੀ ਗਈ, ਜਿਸ ਦੀ ਭਿਣਕ ਲੋਕਾਂ ਨੂੰ ਪੈ ਗਈ। ਪਿੰਡ ਸੁਖਾਨੰਦ ਅਤੇ ਨਾਲ ਲੱਗਦੇ ਪਿੰਡ ਚੀਂਦਾ ਦੀਆਂ ਸੰਗਤਾਂ ਕਥਿਤ ਤੌਰ ਤੇ ਪਹੁੰਚੀਆਂ ਅਤੇ ਮੁਲਜ਼ਮ ਨੂੰ ਮੌਕੇ ਤੇ ਜਾ ਕੇ ਦਬੋਚ ਲਿਆ। ਪਤਾ ਲੱਗਿਆ ਕਿ ਉਸ ਵਕਤ ਉਹ ਨਸ਼ੇ ਦੀ ਹਾਲਤ ਵਿੱਚ ਸੀ, ਧੁੱਤ ਸੀ, ਸ਼ਰਾਬੀ ਸੀ। ਪਿੰਡ ਸੁਖਾਨੰਦ ਦੇ ਸਰਪੰਚ ਲਖਵੀਰ ਸਿੰਘ ਅਤੇ ਨਾਲ ਦੇ ਪਿੰਡ ਦੇ ਡਾਕਟਰ ਜਗਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ कि मामले की जांच लई उन्होंने थाणा समालसर की पुलिस नूं सूचित किया अते कथित मुलजम नूं पुलिस हवाले कर दिता। लोगों ने दस्सिया कि इस मुलजम नूं पुछगिछ दौरान अपना पिंड झंडूके दस्सिया, जो कि कथित घटना वाली थां दे सामने उत्थे दे मशहूर डेरे दे विच लकड़ां कट्टण दा काम करदा दस्सिया जांदा है। पर तुसीं देखो कि मैं बहुत वारी इस गल दे बाबत गल आखी है कि कहंदे शराबी सी, इहने अपनी घर वाली कुੱਟਤੀ, जनानी कुੱਟਤੀ। शराब पी के कभी अपनी भैन नूं कद नहीं कुੱਟਦਾ बंदा, कदे अपनी मां नूं कद नहीं कुੱਟਦਾ। बहुते केसां दे विच घर वाली नूं क्यों कुੱਟਿਆ ਜਾਂਦਾ है? ਇਹਦਾ मतलब ਉਹਨੂੰ पता है कि हथ मैं किहदे ते चुक सकदा ते किहदे ते नहीं चुकना। शराब पी के इहने अपने उत्ते कोई जख्म जां कोई अपने ते हमला क्यों नहीं कर लिया? शराब पी के गुटका साहब की बेअदबी क्यों की? ਇਹਦਾ मतलब सोफी डरदा सी, पी के थोड़ा दलेर हो गया। मन दे विच सोच तां सी ना बुरी, अंदर जानवर तो बैठा सी ना, जिहड़ा शराब पी के एक होर इहदे नाल खड़ा हो गया, कोई नहीं चक दे मुंडिया चक दे।
पर हुण अंदर तुहानूं पता है कि उधर पटे ने चीकां कढ़ाइयां पईयां होणीਆਂ ने। सो कहण दा भाव बेअदबियां रोकण दा नाम नहीं लै रहीਆਂ, पर इन्हां दे है पिछे कौन? किते दुबारा पंजाब दा जिहड़ा माहौल बनिया होया भाईचारक साਂਝਾਂ ने किते इहनूं खराब करन दी कोशिश तां नहीं? तुसीं देखो कि 26 तरीक लंघी है, एक पासे किसान समुचे भारत विच खास करके पंजाब दे विच भी रोस दिवस मना रहे सी। कालियां दस्तारां बन्नियां सी, काले कपड़े पाए सी, कालियां झंडियां सड़कां ते नज़र आ रहीआं सी, दुकानां ते मकानां ते वाहनां ते नज़र आ रहीआं सी। पर कुछ RSS वाले लड्डू वंड रहे सी। वो लड्डू वंड रहे सी कि अज सरकार दे 7 साल पूरे होए ने। तुसीं देखो कि समा देखो, बीते दिन ही रोपड़ दे विच कहंदे सी असीं खूनदान दा कैंप लाउणा है, हालांकि सर्जरीआं बंद होईआं पईआं ने। उधर बीड़ तलाब जिला बठिंडा दे विच एक बंदा अरदास करी जांदा सी। सारियां कड़ियां जोड़ के देखो, भावें लड्डू वंडण वाली गल है, भावें आ बेअदबियां दी गल है, कि किते जाण बुੱਝ के इहदे पिछे कोई ताकत तां नहीं काम कर रही, किते भाईचारक साਂਝਾਂ दे उत्ते सੱਟ मारन दी कोशिश तां नहीं कीती जा रही। पर बेनती है कि साਂਝਾਂ टुटण ना दिओ, क्योंकि साडियां साਂਝਾਂ लोकां ने लकीर खिੱਚ दित्ती सी 1947 विच, हाले भी नहीं टुटियां। अगली जिहड़ी खबर है वो भी बेअदबी कांड दे नाल जुड़ी खबर है। हैरानीजनक प्रगटावे कीते डेरा प्रेमियां दे वल्लों, कई सच कबूले गए डेरा प्रेमियां दे वल्लों। यह सिट ने दावा किया है। सिट वल्लों अदालत दे विच डेरा प्रेमी रणजीत सिंह उर्फ भोला अते शक्ति सिंह नूं पेश करन तो उपरंत 2 दिन के पुलिस रिमांड तो बाद डेरा प्रेमियां तो कहते जिहड़ी जानकारी मिली है वो हैरानीजनक है। उन्होंने प्रगटावे बड़े कहते हैरानीजनक किए है। डेरा प्रेमियों ने भड़काऊ पोस्टर लाने लई खरीदी समग्री, लिखण अते लाउण दे बारे सब कुछ कहते प्रवान कर लिया, कबूल कर लिया। शायद तुहानूं याद होवे कि गुरुद्वारा साहब बरगाड़ी अते बुरज जवाहर सिंह वाला दे विच हथ लिखत भड़काऊ पोस्टर के संबंध विच थाणा बाजाखाना दे विच 25 सितंबर ते 2015 नूं एक FIR नंबर 117 दर्ज हुई सी। सिट ने अदालत तो इस मामले दे विच 2 डेरा प्रेमी शक्ति सिंह डग्गो रोमाणा अते रणजीत सिंह उर्फ भोला का रिमांड लिया सी। इत्थे यह दसना बड़ा लाजमी है कि बरगाड़ी गुरुद्वारा साहब दीआं कंधां ते एक अते बुरज जवाहर सिंह वाला दे गुरुद्वारा साहब दी कंध ते 2 हथ लिखत पोस्टर लाए गए सी। पोस्टरां दे उपर संत जरनैल सिंह खालसा भिंडरां वाले, रणजीत सिंह ढडरियां वाले अते दादूवाल का नाम लिख के अपमानजनक शब्दावली की वरतों की गई सी। लिखिया गया सी कि डेरा प्रेमियां ने तुसी साडे बाबे दी MSC फिल्म नहीं ना चलन दित्ती, तुसी साडे पिता जी की फिल्म नहीं ना चलन दित्ती, इसलिए असी तुहाडा वड्डा गुरु अपने कब्जे विच कर लिया। इसनूं लभण वाले नूं असी डेरा सलाबतपुरा विखे 10 लाख रुपए का नकद इनाम दे के सन्मानित करांगे। जेकर साडे बाबे की फिल्म चलन विच विघन पाया तो असी तुहाडे ग्रंथ साड़ देंगे। जिहड़ा तुहाडा वड्डा गुरु अपना बचा नहीं कर सकिया, वो होर किवें किसी का बचा कर सकेगा। वड्डे गुरु तो भाव गुरु ग्रंथ साहब आ। ये उन्हां पोस्टरां दे उत्ते लिखिया गया सी। बड़े भड़काऊ पोस्टर सन। सिट ने बरगाड़ी अते बुरज जवाहर सिंह वाला की निशानदेही करवाई। उस तो बाद पता लगे है कि डेरा प्रेमियां शक्ति सिंह अते रणजीत नूं गोपाल बुक डिपू बस अड्डा बरगाड़ी विखे लेके जाया गया, जिथों उन्होंने हथ लिखत पोस्टर लई कागज़ खरीदे, मार्कर खरीदे सन। यह भी दस्सिया सिट ने कि दुकान मालक गोपाल कृष्ण ने भी डेरा प्रेमियों की शनाख्त की है। डेरा प्रेमियों ने यह भी दस्सिया जा रहा कि मान लिया कि सनी कंडे अते भोले ने बुरज जवाहर सिंह वाला दे गुरुद्वारा साहब की कंध ते 24 ਅਤੇ 25 सितंबर की दरमियानी रात ਨੂੰ 2 हथ लिखत आ भड़काऊ पोस्टर लाए, जबकि शक्ति अते बलजीत ने यह भड़काऊ पोस्टर बरगाड़ी के गुरुद्वारा साहब की कंध ते चिपकाया। हुण जे ये गल सच है, क्योंकि मैं तां कह रहा बीते दिन ही एक इतलाह भी की गई सी, प्रेमियों के वलों की गई सी कि सानू डरा के, सानू धमका के, साडे नाल अणमनुखी वतीरा करके साडे तो सारियां गल्लां मनाईयां जा रही ने। पर आ जिहड़ी खबर मैं तुहानूं दस रहा, जो सिट खुलासा कर रही है
कि डेरा प्रेमियों ने मान लिया तो वह दुकान भी दस दी है, तो उस दुकान के मालक ने हाँ भी आही बंदे आए सी, ये समान लैके भी गए सी। फिर ਉਹਦੇ ਵਿੱਚ जो लिखिया होया सी अपने आप ਦੇ ਵਿੱਚ हैरानीजनक सी। ये सच जे सचमुच सच्चा है तो बहुत हैरानीजनक है। तो अगली खबर है जी मलोट ਦੇ ਵਿੱਚੋਂ खबर मिली है, तो अज ये तालिबानी सज़ा का जिक्र करना बड़ा लाजमी है कि असीं किहड़ी दुनिया में रह रहे हैं। मलोट के विचों खबर मिली है कि इंसानियत नूं शर्मशार करके रख दिता, सारियां हद्दां सरहदां पार हो गई। एक वीडियो वायरल हुई है जिस के मुताबक मलोट के रविदास नगर दे विच एक नाबालग लड़के नूं लत्तां नूं रस्सी नाल बन्ह लिया, सिर ते उस्तरा फेर दिता। फिर उहदे तो बाद भीड़ इकट्ठी हुई है जिहड़ी उस नाबालग लड़के के प्रति भद्दे भद्दे कमेंट करती सुनी जा सकती है। इस मामले दे विच मलोट पुलिस के वल्लों बनती कानूनी कार्रवाई करने की गल भी आखी गई है। इस घटना की जानकारी दिंदियां लाखण ने दस्सिया कि असीं रविदास नगर के रहने वाले हाँ। कल शाम उसके ताए दे मुंडे सनी उहनूं मुहल्ले के ही कुछ व्यक्तियों ने घरों अगवा किया, कितों बाहरों नहीं किया, जनतक तौर पर उसनूं बन्ह लिया, ਉਹਦੇ सिर नूं विचालियों उस्तरे नाल गंजा कर दिता। मौके ते उसकी कुੱਟਮਾਰ की गई, पैर ਉਹਦੇ ਬੰਨ ਦਿੱਤੇ गए। ਇੱਥੇ ਹੀ नहीं सरिया, जबरी पेशाब भलाया गया। फिर ਉਹਨੂੰ पत्रकारां नूं पीड़ित मुंडे का आधार कार्ड दिखाउंदे होए उसने दस्सिया कि उसका चचेरा भरा नाबालगा आ उम्र चैक करो। उसकी हले उम्र 18 वरे भी नहीं हुई। लाखण ने दस्सिया कि सनी की कुੱਟਮਾਰ करने वाले नूं शक सी कि सनी दे उन्हां दी लड़की दे नाल प्रेम संबंध ने। लाखण ने दस्सिया कि इस संबंधी उन्होंने धक्केशाही करने वाले दीआं मिन्नतां कीतियां, हथ जोड़े कि जे इस लड़के दे विच कोई कसूर लगदा है तां इहनूं पुलिस हवाले कर दिओ, पर तुसीं इहनूं कुछ ना कहो। वो कहंदे साडी किसी ने एक नहीं सुनी। इस घटना का पता सिटी थाणा नूं लगण तो बाद कर्मचारियों ने सनी नूं जाके छुड़ाया। गंभीर हालत विच उसनूं मलोट के सरकारी हस्पताल दे विच दाखिल भी करवाया, जिथे मुंडे की हालत थोड़ी स्थिर नहीं दसी जा रही। इस संबंधी जदों मलोट के उप पुलिस कप्तान जसपाल सिंह ढिल्लों नूं पुछया गया तो उन्होंने कहा कि पुलिस मामले की जांच भी कर रही है, बनती इहदे ते कार्रवाई भी की जाएगी। सो तुसीं देखो कि कुੱਟਣਾ, रस्सी नाल बन्नना, सिर विच उस्तरा फेर के गंजा कर देना, तो फिर उन्होंने पेशाब भला देना, तो भद्दे भद्दे कमेंट करने कि यह तालिबानी सज़ा नहीं। सो अपने आप दे विच किते ना किते लगदा हुंदा कि ला एंड ऑर्डर है तो है कित्थे। लोकां नूं पुलिस दा डर ही है नहीं, लोकां नूं कानून दा डर ही है नहीं, कि कानून नां दी कोई चीज़ ही है नहीं। सो अपने आप दे विच जिन्नियां भी अज इस प्रोग्राम दौरान खबरां डिस्कस कीतियां ने, तुसीं देखो कि भावें वो बरगाड़ी जां बुरज जवाहर सिंह वाला की खबर है, इहदा मतलब कानून का कोई डर नहीं। उहदे तो पहलां सुखानंद पिंड विच जिहने फिर बेअदबी कीती है कि कानून का कोई डर नहीं। जां जिहड़ा बंदा किसी भी घटना नूं अंजाम दे रहा उन्होंने किते कोई डर पाओ नहीं हुंदा। आम बंदा तां नजायज़ किते 10 रुपये खर्चण वेले डरदा है। जदों सिर ते कोई भी केस रजिस्टर्ड हुंदा, FIR दर्ज हुंदी है, ये तो आपां नूं पता है ना कि कोर्ट कचहरी दे हर एक थां दे उत्ते पैसे लगने हैं, चुल्हियां च घाह उगे आउंदे है, लोग खबरसार तक ही लोग मुलाकात करनों हट जाते हैं। सो अपने आप दे विच समझिए, संभलिए, मनुखता शर्मशार ना करिए। उम्मीद कर रहे हैं कि तुहानूं अज दा प्रोग्राम चंगा लग्या होएगा। जे सचमुच प्रोग्राम चंगा लग्या कृपा करके लाइक भी कर देना ते शेयर करने की भी कृपालता करनी, तुहाडे धन्नवादी होवांगे। जेकर हाले तक तुसीं अपने इस चैनल नूं सबसक्राइब नहीं किया, कृपा करके सबसक्राइब करके नोटिफिकेशन जरूर ऑन कर लेना। सो ये सी अज दा प्रोग्राम। जाण तो पहलां कहांगा जिंदगी जिंदादली का नाम है। दविंदर सिंह बैनीपाल नूं आग्या दिओ। सत श्री अकाल ते रब राखा।